ਮਤ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਣਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਫਿਰਤ ਫਿਰਤ ਭੇਟੇ ਜਨ ਸਾਧੂ, ਪੂਰਾ ਗੁਰ ਸਮਝਾਇਆ। ਆਨ ਸਗਲ ਬਿਦ ਕਾਮ ਨ ਆਵੈ, ਹਰ ਹਰ ਨਾਮ ਧਿਆਇਆ। ਤਾਤੇ ਮੋਹਿ ਤਾਰੀ ਓਟ ਗੋਪਾਲ, ਸਰਨ ਪਰਿਓ ਪੂਰਨ ਪਰਮੇਸ਼। ਹਾਂਜੀ ਇੱਕ ਸ਼ਬਦ ਇਹ ਕਰ ਲਈਏ, ਇੱਕ ਪਦੇ ਦੀ। ਹਾਂਜੀ ਕੋਈ ਨਹੀਂ, ਆਪਾਂ ਮੰਗਲ ਕਰਦੇ ਕਿੰਨੇ ਗੁਟਕਾ ਦੇ ਦਿਓ, ਗੁਟਕੇ ਤੇ ਕਰ ਲੈਂਦਾ ਪਾਠ। ਤਾਤੇ ਮੋਹਿ ਤਾਰੀ ਓਟ ਗੋਪਾਲ, ਸਰਨ ਪਰਿਓ ਪੂਰਨ ਪਰਮੇਸ਼ਰ। ਬਿਨਸੇ ਸਗਲ ਜੰਜਾਲ, ਸੁਰਗ ਮਿਰਤ ਪਿਆਲ ਭੂ ਮੰਡਲ। ਸਗਲ ਵਿਆਪੇ ਮਾਏ, ਜੀ ਉਦਾਹਰਨ ਸਭ ਕੁਲ ਤਾਰਨ। ਹਰ ਹਰ ਨਾਮ ਧਿਆਏ। ਨਾਨਕ ਨਾਮ ਨਿਰੰਜਨ ਗਾਈਐ, ਪਾਈਐ ਸਰਬ ਨਿਧਾਨਾ। ਕਰ ਕਿਰਪਾ ਜਿਸ ਦੇ ਸੁਆਮੀ, ਬਿਰਲੇ ਕਾਹੂ ਜਾਨਾ। ਕਰ ਕਿਰਪਾ ਜਿਸ ਦੇ ਸੁਆਮੀ, ਬਿਰਲੇ ਕਾਹੂ ਜਾਨਾ। ਸਤਨਾਮ ਸ੍ਰੀ ਵਾਹਿਗੁਰੂ ਜੀ। ਅਸੁਨ ਪ੍ਰੇਮ ਉਮਾਹੜਾ, ਕਿਉ ਮਿਲ ਗਏ ਹਰ ਜਾਏ। ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਨ ਮਿਲਾਵੈ ਮਾਏ। ਅਸੁਨ ਪ੍ਰੇਮ ਉਮਾਹੜਾ, ਕਿਉ ਮਿਲ ਗਏ ਹਰ ਜਾਏ। ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਨ ਮਿਲਾਵੈ ਮਾਏ। ਸੰਤ ਸਹਾਈ ਬਿਨ ਕੇ ਹਉ ਜਿਨ ਕੈ ਲਾਗਾ ਪਾਏ। ਬਿਨ ਪ੍ਰਭ ਕਿਉ ਸੁਖ ਪਾਈਐ, ਦੂਜੀ ਨਾਹੀ ਜਾਏ। ਜਿਨੀ ਚਾਖਿਆ ਪ੍ਰੇਮ ਰਸ, ਸੇ ਤ੍ਰਿਪਤ ਰਹੇ ਆਧਾਈ। ਆਪ ਤਿਆਗ ਜਿਨਦੀ ਗ੍ਰਹੋ, ਇਹੋ ਪ੍ਰਭੂ ਲੜ ਲਾਏ। ਜੋ ਹਰ ਮੰਗ ਮਿਲਾਈਆ, ਸੇ ਵਿਛੜ ਕਦੇ ਨਾ ਜਾਏ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰਿ ਸਰਣਾਏ। ਅਸੂ ਸੁਖੀ ਪਸੰਦੀਆਂ, ਜਿਨਾ ਮਇਆ ਹਰਿ ਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਚਨ ਸਤਿਗੁਰੂ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਜੀ ਸੁਭਾਏਮਾਨ। ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਅਤਿਅੰਤ ਵਡਭਾਗੇ ਹੋ, ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੀ ਹੈ। ਅੰਮ੍ਰਿਤ ਵੇਲਾ ਸੱਜਣਾਓ, ਵਡਿਆ ਸਾਡੇ ਨਾਲ ਪ੍ਰੇਮ ਕਰਨ ਲੱਗ ਜਾਣ ਤਾਂ ਮਹਾਰਾਜ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਇਸ ਪ੍ਰਸ਼ਨ ਦਾ ਉੱਤਰ ਦਿੰਦੇ ਹੋਏ ਆਪਣੀ ਪਾਵਨ ਰਸਨਾ ਤੋਂ ਉਚਾਰਨ ਕੀਤਾ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਬਚਨ ਕਰਦੇ ਹਨ ਕਿ ਅੰਮ੍ਰਿਤ ਵੇਲਾ ਉਹ ਬ੍ਰਹਮ ਮੁਹੂਰਤ ਦਾ ਸਮਾਂ, ਜਦੋਂ ਸਾਰੇ ਪਾਸੇ ਸੁੱਖ ਸ਼ਾਂਤੀ ਆਨੰਦ ਹੁੰਦਾ ਹੈ, ਜਦੋਂ ਦਿਨ ਦੀ ਸ਼ੁਰੂਆਤ ਹੋਣੀ ਹੁੰਦੀ ਹੈ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ। ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ। ਗੁਰੂ ਕੀ ਬਾਣੀ ਦਾ ਪਾਠ ਕਰੇ, ਨਿਤਨੇਮ ਕਰੇ, ਜਪ ਤਪ ਕਰੇ, ਅਕਾਲ ਪੁਰਖ ਨਾਲ ਆਪਣੀ ਸੁਰਤੀ ਜੋੜੇ। ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਗੁਰਸਿੱਖਾਂ ਨੂੰ ਦਾਤ ਬਖਸ਼ੀ ਹੈ।
ਸੋ ਆਪ ਜੀ ਅਤਿਅੰਤ ਵਡਭਾਗੇ ਹੋ, ਜੋ ਮਹਾਨ ਪਵਿੱਤਰ ਨਗਰੀ ਸੁਰ ਸਿੰਘ ਵਿਖੇ, ਜਿੱਥੇ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਔਰ ਛੇਵੇਂ ਪਾਤਸ਼ਾਹ ਜੀ ਮਹਾਰਾਜ ਨੇ ਵੀ ਚਰਨ ਪਾਏ ਹਨ, ਤੇ ਆਪਣੇ ਪਿਆਰੇ ਬਾਬਾ ਵਿਧੀ ਚੰਦ ਸਾਹਿਬ ਜੀ, ਵਿਧੀ ਚੰਦ ਛੀਨਾ ਗੁਰੂ ਕਾ ਸੀਨਾ ਮਹਾਂਪੁਰਸ਼ਾਂ ਨੂੰ ਇੱਥੇ ਵਿਰਾਜਮਾਨ ਕਰਾਇਆ ਹੈ। ਉਹਨਾਂ ਦੇ ਵਰਸਾਏ ਹੋਏ ਉਹਨਾਂ ਦੀ ਅੰਸ ਬੰਸ ਮਹਾਂਪੁਰਸ਼ ਬਾਬਾ ਸੋਹਣ ਸਿੰਘ ਸਾਹਿਬ ਜੀ, ਜਿਨ੍ਹਾਂ ਦਾ ਇਹ ਪਾਵਨ ਅੰਗੀਠਾ ਸਾਹਿਬ ਹੈ, ਗੁਰੂ ਦਰਬਾਰ ਵਿੱਚ ਆਪ ਜੀ ਹਾਜ਼ਰੀਆਂ ਭਰ ਰਹੇ ਹੋ। ਔਰ ਬਾਬਾ ਜੀ ਦੀ ਯਾਦ ਵਿੱਚ ਹੀ ਬੜੇ ਮਹਾਨ ਗੁਰਮਤਿ ਸਮਾਗਮ ਹੋਏ ਹਨ। ਹਜ਼ਾਰਾਂ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਨੇ ਕੱਲ੍ਹ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰੀਆਂ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ। ਸੋ ਸਾਧ ਸੰਗਤ ਜੀ, ਅੱਜ ਅਸੂ ਦੀ ਸੰਗਰਾਂਦ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ ਹੈ। ਭਾਦਰੋਂ ਦਾ ਮਹੀਨਾ ਸੁੱਖਾਂ ਨਾਲ ਬਤੀਤ ਹੋਇਆ ਹੈ, ਤੇ ਅਸੂ ਦਾ ਮਹੀਨਾ ਅੱਜ ਆਰੰਭ ਹੋ ਰਿਹਾ ਹੈ। ਜਦੋਂ ਵੀ ਮਹੀਨੇ ਵਿੱਚ ਤਬਦੀਲੀ ਆਉਂਦੀ ਹੈ, ਪਰਮੇਸ਼ਰ ਨੇ, ਵਾਹਿਗੁਰੂ ਨੇ ਇਹ ਜਿਹੜੀ ਕੁਦਰਤ ਬਣਾਈ ਹੈ, ਸਮੇਂ ਦਾ ਬਹੁਤ ਵੱਡਾ ਮਹੱਤਵ ਰੱਖਿਆ ਹੈ। ਸਾਰੇ ਕਾਰਜ ਸਮੇਂ ਨਾਲ ਹੁੰਦੇ ਹਨ। ਮਹਾਰਾਜ ਸਾਹਿਬ ਜੀ ਬਾਣੀ 'ਚ ਕਹਿੰਦੇ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇਤੇ ਵੇਸ਼। ਸੂਰਜ ਤਾਂ ਇੱਕੋ ਹੀ ਹੈ, ਪਰ ਇੱਕੋ ਸੂਰਜ ਨੇ ਰੁੱਤਾਂ ਕਈ ਬਣਾ ਦਿੱਤੀਆਂ। 6 ਰੁੱਤਾਂ 12 ਮਹੀਨੇ ਮਹਾਰਾਜ ਅਕਾਲ ਪੁਰਖ ਨੇ ਬਣਾਏ ਹਨ। ਇਹ ਕਿਸੇ ਬੰਦੇ ਦੇ ਬਣਾਏ ਹੋਏ ਨਹੀਂ ਹਨ, ਇਹ ਕਿਸੇ ਸਰਕਾਰ ਦੇ ਬਣਾਏ ਹੋਏ ਵੀ ਨਹੀਂ ਹਨ। ਇਹ ਅਕਾਲ ਪੁਰਖ ਦੀ ਰਚਨਾ ਹੈ। ਪਰਮੇਸ਼ਰ ਦੀ ਇਸ ਰਚਨਾ ਦੇ ਵਿੱਚ, ਕੁਦਰਤ ਦੇ ਵਿੱਚ ਪਰਿਵਰਤਨ ਆਉਂਦਾ ਹੈ, ਬਦਲਾਅ ਆਉਂਦਾ ਹੈ, ਬਾਰ-ਬਾਰ ਰਿਪੀਟ ਹੁੰਦੀ ਰਹਿੰਦੀ ਹੈ। ਤੇ ਜਿਹੜੇ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਰਿਸ਼ੀ ਮੁਨੀ, ਬ੍ਰਹਮ ਗਿਆਨੀ, ਮਹਾਤਮਾ, ਸਾਧੂ ਸਨ, ਉਹਨਾਂ ਨੇ ਜਦੋਂ ਇਹ ਸੰਸਾਰ ਨੂੰ ਦੇਖਿਆ, ਆਲੇ ਦੁਆਲੇ ਤੱਕਿਆ, ਅਨੁਭਵ ਕੀਤਾ, ਮਹਿਸੂਸ ਕੀਤਾ ਕਿ ਉਸ ਕਾਦਰ ਦੀ ਕੁਦਰਤ ਕੈਸੀ ਵਿਸ਼ਾਲ ਹੈ, ਉਹਨਾਂ ਨੇ ਸਮੇਂ ਨੂੰ ਇੱਕ ਨਿਯਮ ਦੇ ਵਿੱਚ ਜਾਣ ਕੇ ਉਹਦੇ ਨਾਂ ਕਲਪਨਾ ਕੀਤੇ। 12 ਮਹੀਨਿਆਂ ਦੇ ਨਾਂ ਰੱਖੇ, 12 ਰਾਸ਼ੀਆਂ, 12 ਮਹੀਨੇ, 6 ਰੁੱਤਾਂ, ਸਾਰਿਆਂ ਦੇ ਨਾਂ। ਔਰ ਉਹਦੇ ਉੱਤੇ ਉਹਨਾਂ ਨੇ ਆਪਣੇ ਆਪਣੇ ਗ੍ਰੰਥਾਂ ਵਿੱਚ ਜ਼ਿਕਰ ਵੀ ਕੀਤਾ। ਐਸੇ ਸਮੇਂ ਤੋਂ, ਪੁਰਾਤਨ ਸਮੇਂ ਤੋਂ ਹੀ ਇਹ ਮਰਿਆਦਾ ਚੱਲ ਪਈ ਵੀ ਜਦੋਂ ਕੋਈ ਸੰਗਰਾਂਦ ਦਾ ਦਿਨ ਆਵੇ, ਲੋਕ ਆਪਣੇ ਆਪਣੇ ਧਰਮ ਸਥਾਨਾਂ 'ਤੇ ਜਾ ਕੇ ਪੂਜਾ ਪਾਠ ਕਰਿਆ ਕਰਦੇ, ਦਾਨ ਪੁੰਨ ਕਰਦੇ, ਜਗ ਹਵਨ ਕਰਦੇ, ਜੈਸੇ ਜੈਸੇ ਸਮੇਂ ਅਨੁਸਾਰ ਧਰਮ ਕਰਮ ਸਨ ਲੋਕ ਕਰਿਆ ਕਰਦੇ ਸਨ। ਕਲਯੁਗ ਦਾ ਸਮਾਂ ਜਦੋਂ ਆਇਆ, ਕਲਯੁਗ ਦੇ ਸਮੇਂ ਵਿੱਚ ਅਕਾਲ ਪੁਰਖ ਪਰਮੇਸ਼ਰ ਨੇ ਗੁਰੂ ਨਾਨਕ ਦੇਵ ਜੀ ਦਾ ਰੂਪ ਧਾਰਨ ਕਰਕੇ ਦਰਸ਼ਨ ਦਿੱਤੇ ਹਨ। ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ ਜਾਸ, ਮਾਨਸ ਅਵਤਾਰ ਧਾਰ ਦਰਸ਼ ਦਿਖਾਏ ਹਨ। ਜਦੋਂ ਗੁਰੂ ਨਾਨਕ ਦੇਵ ਜੀ ਨੇ ਦਰਸ਼ਨ ਦਿੱਤੇ, ਗੁਰੂ ਸਿੱਖੀ ਦਾ ਮਾਰਗ ਚੱਲਿਆ। ਜਿਹੜੇ ਫੋਕਟ ਕਰਮ ਕਾਂਡ ਸਨ, ਜਿਹੜੇ ਐਵੇਂ ਵਹਿਮ ਭਰਮ ਪਾਏ ਹੋਏ ਸਨ, ਜਾਂ ਲੋਕਾਂ ਨੂੰ ਭੰਬਲ ਭੂਸੇ 'ਚ ਪਾਇਆ ਹੋਇਆ ਸੀ ਕੁਝ ਲੋਕਾਂ ਨੇ, ਮਹਾਰਾਜ ਨੇ ਉਹ ਸਾਰੇ ਛੁਡਾ ਕੇ ਪਰਮੇਸ਼ਰ ਦੇ ਨਾਮ ਜਪਣ ਦਾ, ਕਿਰਤ ਕਰਨ ਦਾ ਤੇ ਵੰਡ ਕੇ ਛਕਣ ਦਾ ਮਾਰਗ ਦੱਸਿਆ। ਇਹ ਸੱਚੇ ਸੁੱਚੇ ਨਿਰਮਲ ਪੰਥ ਦੇ ਵਿੱਚ ਮਹਾਰਾਜ ਜੀ ਨੇ ਮਰਜ਼ਾਦਾ ਕਾਇਮ ਕੀਤੀ। ਜਦੋਂ ਗੁਰੂ ਅਰਜਨ ਦੇਵ ਜੀ ਦਾ ਸਮਾਂ ਆਇਆ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਕੋਲ, ਜਿੱਥੇ ਸਾਧ ਸੰਗਤ ਦੀ ਅੱਜ ਕੱਲ੍ਹ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਹੈ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਉੱਥੇ ਗੁਰੂ ਦਾ ਬਾਗ ਹੋਇਆ ਕਰਦਾ ਸੀ। ਦੀਵਾਨ ਤੋਂ ਪਹਿਲਾਂ, ਦੀਵਾਨ ਹਾਲ ਬਣਨ ਤੋਂ ਪਹਿਲਾਂ ਇੱਥੇ ਬਾਗ ਹੁੰਦਾ ਸੀ। ਬਾਗ ਦੇ ਵਿੱਚ ਮਹਾਰਾਜ ਬੈਠ ਕੇ ਕਥਾ ਕਰਿਆ ਕਰਦੇ ਸਨ ਪੰਜਵੇਂ ਪਾਤਸ਼ਾਹ। ਔਰ 400 ਸਾਲ
ਲਗਭਗ ਪਿਛਲੇ 80-90 ਸਾਲਾਂ ਦੀ ਜਦੋਂ ਦੀਵਾਨ ਹਾਲ ਬਣਿਆ ਸਮਝੋ, ਉਸ ਤੋਂ ਪਹਿਲਾਂ ਇੱਥੇ ਕਹਿੰਦੇ ਸੰਗਤਾਂ ਸਾਧੂ ਮਹਾਤਮਾ ਮਹਾਂਪੁਰਸ਼ਾਂ ਨੂੰ ਬੁਲਾਉਂਦੀਆਂ ਸਨ। ਕੋਈ ਮਹਾਤਮਾ ਮਹੀਨਾ, ਕੋਈ 2 ਮਹੀਨੇ ਰਹਿੰਦਾ ਸੀ। ਬੜੇ ਬੜੇ ਵਿਦਵਾਨ ਲੋਕ ਆ ਕੇ ਕਥਾ ਕਰਦੇ ਸਨ। ਗੁਰੂ ਸਾਹਿਬ ਦੀ ਪਰੰਪਰਾ ਚੱਲੀ ਆ ਰਹੀ ਸੀ। ਉਸ ਵੇਲੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਆਪ ਉਪਦੇਸ਼ ਦਿੰਦੇ ਸਨ। ਇੱਕ ਦਿਨ ਸੰਗਤ ਨੇ ਬੇਨਤੀ ਕੀਤੀ, ਮਹਾਰਾਜ, ਹਰ ਇੱਕ ਧਰਮ ਦੇ ਵਿੱਚ ਮਹੀਨੇ ਦੀ ਸ਼ੁਰੂਆਤ ਆਪਣੇ ਆਪਣੇ ਤਰੀਕੇ ਨਾਲ ਕੀਤੀ ਜਾਂਦੀ ਹੈ। ਮੁਸਲਮਾਨਾਂ ਦਾ ਹਿਜਰੀ ਸਨ ਹੈ, ਉਹ ਆਪਣੇ ਮਹੀਨੇ ਦੀ ਸ਼ੁਰੂਆਤ ਆਪਣੇ ਤਰੀਕੇ ਨਾਲ ਕਰਦੇ ਹਨ, ਔਰ ਭਾਰਤ ਵਾਸੀ ਲੋਕਾਂ ਦਾ ਬਿਕਰਮੀ ਸੰਮਤ ਹੈ, ਉਹ ਆਪਣੇ ਤਰੀਕੇ ਨਾਲ ਮਹੀਨੇ ਦੀ ਸ਼ੁਰੂਆਤ ਕਰਦੇ ਹਨ। ਅਸੀਂ ਗੁਰੂ ਕੇ ਸਿੱਖ ਹਾਂ, ਸਾਨੂੰ ਕੀ ਮਰਿਆਦਾ ਕਰਨੀ ਚਾਹੀਦੀ ਹੈ? ਸਤਿਗੁਰੂ ਪੰਚਮ ਪਾਤਸ਼ਾਹ ਜੀ ਨੇ ਕਿਹਾ, ਭਾਈ ਤੁਸੀਂ ਸੰਗਰਾਂਦ ਵਾਲੇ ਦਿਨ ਗੁਰੂ ਘਰ 'ਚ ਇਕੱਠੇ ਹੋ ਕੇ ਕੜਾਹ ਪ੍ਰਸ਼ਾਦ ਜੀ ਦੀਆਂ ਦੇਗਾਂ ਤਿਆਰ ਕਰਿਆ ਕਰੋ ਔਰ ਕੀਰਤਨ ਕਰਿਆ ਕਰੋ। ਕੀਰਤਨ ਕਰਕੇ ਵਾਹਿਗੁਰੂ ਦੀ ਸਿਫਤ ਸਲਾਘਾ ਕਰਕੇ ਆਪਣਾ ਜੀਵਨ ਸਫਲਾ ਬਣਾਇਆ ਕਰੋ। ਔਰ ਫਿਰ ਮਹਾਰਾਜ ਨੇ ਇਹ ਵੀ ਬਚਨ ਕੀਤਾ ਕਿ ਗੁਰੂ ਨਾਨਕ ਦੇਵ ਜੀ ਨੇ ਤੁਖਾਰੀ ਰਾਗ ਵਿੱਚ ਇੱਕ 12ਵਾਂ ਉਚਾਰਨ ਕੀਤਾ ਹੈ। ਤੁਖਾਰੀ ਰਾਗ ਦੇ ਉਸ 12ਵਾਂ ਦਾ ਪਾਠ ਕਰ ਲਿਆ ਕਰੋ, ਉਹਦਾ ਕਥਾ ਵਿਚਾਰ ਕਰ ਲਿਆ ਕਰੋ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਦਾ ਹੁਕਮ ਸਿਰ ਮੱਥੇ 'ਤੇ ਹੈ, ਪਰ ਜਿਹੜਾ 12ਵਾਂ ਗੁਰੂ ਨਾਨਕ ਦੇਵ ਜੀ ਨੇ ਤੁਖਾਰੀ ਰਾਗ ਵਿੱਚ ਉਚਾਰਨ ਕੀਤਾ ਹੈ, ਉਹਦੇ ਭਾਵ ਅਰਥ ਬੜੇ ਉੱਚੇ ਹਨ, ਬੜੇ ਡੂੰਘੇ ਹਨ। ਹਰ ਇੱਕ ਬੰਦੇ ਦੀ ਅਵਸਥਾ ਉਨੀ ਬਣਦੀ ਨਹੀਂ। ਜਿਹੜੀ ਅਵਸਥਾ 'ਚ ਗੁਰੂ ਨਾਨਕ ਦੇਵ ਜੀ ਮਹਾਰਾਜ ਉਡਾਰੀ ਮਾਰਦੇ ਹਨ, ਉਨੀ ਉੱਚੀ ਸਾਡੀ ਉਡਾਰੀ ਨਹੀਂ ਜਾਂਦੀ। ਹਰ ਇੱਕ ਬੰਦੇ ਦੀ ਇੰਨੀ ਸੁਰਤ ਡੂੰਘੀ ਨਹੀਂ ਜਾਂਦੀ, ਗਹਿਰੀ ਨਹੀਂ ਜਾਂਦੀ। ਆਪ ਕਿਰਪਾ ਕਰੋ, ਕੋਈ ਐਸਾ 12ਵਾਂ ਉਚਾਰਨ ਕਰੋ ਜਿਹੜਾ ਘੱਟ ਤੋਂ ਘੱਟ ਪੜ੍ਹੇ ਬੰਦੇ ਨੂੰ ਵੀ ਸਮਝ ਆਉਂਦਾ ਹੋਵੇ, ਸਧਾਰਨ ਨੂੰ ਵੀ ਸਮਝ ਆਉਂਦਾ ਹੋਵੇ। ਤਾਂ ਗੁਰੂ ਅਰਜਨ ਦੇਵ ਜੀ ਨੇ ਮਾਝ ਰਾਗ ਵਿੱਚ 12ਵਾਂ ਉਚਾਰਨ ਕੀਤਾ ਹੈ। ਅਰਥ ਭਾਵ ਉਹੀ ਰੱਖੇ ਹਨ ਜਿਹੜੇ ਪਹਿਲੇ ਪਾਤਸ਼ਾਹ ਜੀ ਵਾਲੇ ਹਨ, ਜਰਾ ਸੌਖੇ ਕਰਕੇ ਸਮਝਾ ਦਿੱਤੇ ਹਨ। ਕਈ ਵਾਰੀ ਗੱਲ ਬੜੀ ਡੂੰਘੀ ਹੁੰਦੀ ਹੈ, ਮਹਾਂਪੁਰਸ਼ ਬੜੇ ਸੌਖੇ ਢੰਗ ਨਾਲ ਉਸ ਨੂੰ ਸਮਝਾ ਦਿੰਦੇ ਹਨ। ਉਹ 12ਵਾਂ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਉਚਾਰਨ ਕੀਤਾ, ਉਹਦੀ ਪਹਿਲੀ ਪੰਕਤੀ ਹੈ, ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ, ਸਿਰ ਸਿਰ ਸੁਖ ਸਹਾਮਾ, ਦੇ ਸੋ ਤੂੰ ਭਲਾ। ਜਿਹੜਾ 12ਵਾਂ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਸਾਹਿਬ ਗੁਰੂ ਅਰਜਨ ਦੇਵ ਜੀ ਉਚਾਰਨ ਕੀਤਾ ਹੈ, ਉਹਦੀ ਪਹਿਲੀ ਪੰਕਤੀ ਹੈ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਭਾਵ ਅਰਥ ਰਲਦੇ ਹੀ ਹਨ, ਤੇ ਪਰ ਜਰਾ ਸੌਖਾ ਕਰਕੇ ਮਹਾਰਾਜ ਨੇ ਸਮਝਾ ਦਿੱਤਾ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਜੀ, ਇਹ ਅੱਸੂ ਦਾ ਮਹੀਨਾ ਸਾਧ ਸੰਗਤ ਜੀ ਅੱਜ ਆਰੰਭ ਹੋ ਰਿਹਾ ਹੈ। ਇਹ ਉਪਦੇਸ਼ ਬਖਸ਼ਿਸ਼ ਕੀਤੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ 'ਚ ਜੋੜੀਏ, ਬੇਨਤੀ ਕਰੀਏ, ਮਹਾਰਾਜ ਆਪਣੀ ਬਾਣੀ ਦੀ ਸੋਝੀ ਆਪ ਹੀ ਬਖਸ਼ੋ, ਕਿਉਂਕਿ ਅਸੀਂ ਕਲਯੁਗੀ ਜੀਵਾਂ, ਸਾਡੀ ਸੁਰਤ ਪਦਾਰਥਾਂ ਵਿੱਚ ਫਸੀ ਹੋਈ ਹੈ। ਬਾਹਰ ਮੁਖੀ ਬਿਰਤੀ ਹੋਣ ਕਰਕੇ ਆਪ ਜੀ ਦੀ ਬਾਣੀ ਦੇ ਅਰਥ ਭਾਵ ਅਸੀਂ ਨਹੀਂ ਸਮਝ ਸਕਦੇ। ਤਾਂ ਗੁਰੂ ਨਾਨਕ ਦੇਵ ਜੀ ਨੇ ਉਚਾਰਨ ਕੀਤਾ ਹੈ, ਉਹ ਮਹਾਰਾਜ ਨੇ ਕਰਤਾਰਪੁਰ ਸਾਹਿਬ ਰਾਵੀ ਦੇ ਕੰਢੇ ਉਚਾਰਨ ਕੀਤਾ ਹੈ। ਉਦੋਂ ਉਚਾਰਨ ਕੀਤਾ ਹੈ ਜਦੋਂ ਜੋਤੀ ਜੋਤ ਸਮਾਉਣ ਦਾ ਸਮਾਂ ਨੇੜੇ ਆ ਗਿਆ ਸੀ। ਕਈ ਵਿਦਵਾਨਾਂ ਦਾ ਇਹ ਕਥਨ ਹੈ ਕਿ ਇਹ ਤੁਖਾਰੀ ਵਾਲਾ 12ਵਾਂ ਗੁਰੂ ਨਾਨਕ ਦੇਵ ਜੀ ਦੀ ਅਖੀਰਲੀ ਬਾਣੀ ਹੈ, ਯਾਨੀ ਲਾਸਟ ਵਿੱਚ ਮਹਾਰਾਜ ਨੇ ਇਹ ਉਚਾਰਨ ਕੀਤੀ। ਇਸ ਬਾਣੀ ਦੇ ਵਿੱਚ ਵੀ ਮਹਾਰਾਜ ਨੇ ਜਿਹੜਾ ਅਲੰਕਾਰ ਬੰਨਿਆ ਹੈ, ਉਹ ਇੱਕ ਇਸਤਰੀ ਦਾ ਆਪਣੇ ਪਤੀ ਤੋਂ ਵਿਛੋੜਾ ਜੋ ਪਿਆ ਹੋਇਆ ਹੈ, ਉਹਦਾ ਬੰਨਿਆ ਹੈ।
ਜਿਵੇਂ ਕਿਸੇ ਇਸਤਰੀ ਦਾ ਘਰ ਵਾਲਾ ਪਤੀ ਬਾਹਰ ਪ੍ਰਦੇਸ਼ ਗਿਆ ਹੋਵੇ, ਉਹਨੂੰ ਉਡੀਕਦੀ ਹੈ, ਔਸੀਆਂ ਪਾਉਂਦੀ ਹੈ, ਕਦੋਂ ਆਓਗੇ, ਚਿੱਠੀਆਂ ਪਾਉਂਦੀ ਹੈ, ਕਾਂ ਨੂੰ ਕਹਿੰਦੀ ਕਾਵਾਂ ਉੱਡ ਮੈਂ ਤੇਰੇ ਮੂੰਹ ਚੂਰੀ ਪਾਵਾਂ। ਜਿਵੇਂ ਪੁਰਾਣੇ ਮਾਈਆਂ ਦੇ ਆਪਾਂ ਬੋਲ ਸੁਣਦੇ ਹੀ ਆ ਨਾ, ਉਹ ਕਹਿੰਦੀਆਂ ਕਾਵਾਂ ਉੱਡ ਜੇ ਮੇਰਾ ਪਿਆਰਾ ਆਵੇ ਤੇ ਮੈਂ ਤੇਰੇ ਮੂੰਹ 'ਚ ਚੂਰੀ ਪਾਵਾਂਗੀ। ਭਗਤ ਕਬੀਰ ਸਾਹਿਬ ਜੀ ਮਹਾਰਾਜ ਨੇ ਵੀ ਇਹ ਬਾਣੀ 'ਚ ਬਚਨ ਲਿਖਿਆ, ਉੱਡੋ ਨਾ ਕਾਕਾ ਕਾਰੇ ਵੇਗ ਮਲੀਜੈ ਆਪਣੇ ਰਾਮ ਪਿਆਰੇ। ਜਿਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ 12ਵਾਂ ਉਚਾਰਨ ਕੀਤਾ, ਉਸੇ ਤਰ੍ਹਾਂ ਹੀ ਗੁਰੂ ਅਰਜਨ ਦੇਵ ਜੀ ਨੇ ਕੀਤਾ। ਉਹ ਕਹਿੰਦੇ ਅਸੀਂ ਆਪਣੇ ਕਰਮਾਂ ਕਰਕੇ ਵਾਹਿਗੁਰੂ ਪਤੀ ਤੋਂ ਵਿਛੜੇ ਹੋਏ ਹਾਂ, ਕਿਰਤ ਕਰਮ ਕੇ ਵਿਛੜੇ ਘਰ ਕਿਰਪਾ ਮੇਲੋ ਰਾਮ। ਉਹ ਜਿਹੜੀ ਵਿਛੋੜੇ ਦੀ ਜਿਹੜੀ ਵਾਹਿਗੁਰੂ ਨੂੰ ਮਿਲਣ ਦੀ ਤਾਂਘ ਹੈ, ਵਾਹਿਗੁਰੂ ਕਦੋਂ ਆਵੇਗਾ, ਕਦੋਂ ਮੇਰਾ ਪਰਮੇਸ਼ਰ ਪਤੀ ਮੇਰੇ ਘਰ ਚਰਨ ਪਾਵੇਗਾ, ਉਹ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਜਦੋਂ ਵੱਧਦੀ ਜਾ ਰਹੀ ਹੈ ਤੇ ਹੁਣ ਅਸੂ ਦਾ ਮਹੀਨਾ ਆ ਗਿਆ। ਅਸੂ ਦੇ ਮਹੀਨੇ ਵਿੱਚ ਪ੍ਰੇਮ ਦੀ ਉਮੰਗ ਉੱਠੀ ਹੈ, ਉਮਾਹੜਾ ਉਤਸ਼ਾਹ ਹੋਇਆ ਵੀ ਛੇਤੀ ਕਰੀਏ, ਉੱਡ ਕੇ ਜਾ ਮਿਲੀਏ। ਜਿਵੇਂ ਮਹਾਰਾਜ ਕਹਿੰਦੇ ਖੰਭ ਵਿਕਾਂਦੜੇ ਜੇ ਲਹਾਂ ਕਿੰਨਾ ਸਾਵੀ ਤੋਲ ਤਨ ਜੜਾਈ ਆਪਣੇ ਲਹਾਂ ਸੋ ਸੱਜਣ ਟੋਲ। ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਾਂ ਦਾ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਜੇ ਕਿਤੇ ਖੰਭ ਬਾਜ਼ਾਰ ਵਿੱਚ ਵਿਕਦੇ ਮਿਲ ਜਾਣ ਤੇ ਮੈਂ ਆਪਣਾ ਆਪ ਦੇ ਕੇ ਵੀ ਉਹ ਖੰਭ ਖਰੀਦ ਲਵਾਂ, ਕਿੰਨਾ ਮੈਨੇ ਖਰੀਦ ਲਵਾਂ, ਲੈ ਲਵਾਂ। ਸਾਵੀਂ ਤੋਲ ਉਹਦੇ ਬਰਾਬਰ ਆਪਣਾ ਆਪ ਬਰਾਬਰ ਤੋਲ ਕੇ ਨਾ, ਸਾਵੇਂ ਤੋਲ ਕੇ ਉਹ ਲੈ ਲਵਾਂ। ਖੰਭ ਆਪਣੇ ਤਨ ਨੂੰ ਜੜਾ ਲਵਾਂ, ਉਡਾਰੀ ਮਾਰਾਂ, ਉੱਡ ਕੇ ਜਾ ਮਿਲਾਂ। ਉਮਕਿਓ ਹੀਓ ਮਿਲਨ ਪ੍ਰਭ ਤਾਈ ਖੋਜਤ ਚਰਿਓ ਦੇਖੋ ਪ੍ਰਿਆ ਜਾਈ। ਮੇਰੇ ਮਨ 'ਚ ਉਮੰਗ ਉੱਠੀ ਹੈ, ਮੇਰਾ ਮਨ ਉਮਗਿਆ ਹੈ ਕਿ ਮੈਂ ਆਪਣੇ ਪਿਆਰੇ ਪਤੀ ਪਰਮਾਤਮਾ ਨੂੰ ਜਾ ਕੇ ਮਿਲਾਂ। ਅਸੁਨ ਪ੍ਰੇਮ ਉਮਾਹੜਾ, ਅਸੂ ਦੇ ਮਹੀਨੇ 'ਚ ਪ੍ਰੇਮ ਦੀ ਉਮੰਗ ਬਹੁਤ ਜ਼ਿਆਦਾ ਹੋ ਗਈ, ਤੀਬਰ ਹੋ ਗਈ। ਕਿਉਂ ਮਿਲਿਆ ਹਰ ਜਾਏ, ਕਿਉਂ ਮਿਲਿਆ ਹਰ ਜਾਏ, ਮਿਲਿਆ ਹਰ ਜਾਏ, ਕਿਉਂ 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 ਮਿਲਿਆ ਹਰ ਜਾਏ। ਕਿਹੜਾ ਸਮਾਂ ਹੋਵੇ, ਕਿਹੜਾ ਸਮਾਂ ਜਦੋਂ ਵਾਹਿਗੁਰੂ ਪਰਮੇਸ਼ਰ ਨੂੰ ਜਾ ਕੇ ਗਲਵੱਕੜੀ ਪਾ ਲਈਏ, ਉਹਨੂੰ ਮਿਲੀਏ, ਉਹਦੀ ਗੋਦ ਵਿੱਚ ਸਮਾ ਜਾਈਏ। ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਨ ਮਿਲਾਵੈ ਮਾਏ। ਮੇਰੇ ਮਨ ਵਿੱਚ, ਮੇਰੇ ਤਨ ਵਿੱਚ, ਮੇਰੇ ਰੋਮ ਰੋਮ ਵਿੱਚ ਉਸ ਵਾਹਿਗੁਰੂ ਪਿਆਰੇ ਦੇ ਦਰਸ਼ਨਾਂ ਦੀ ਬਹੁਤ ਜ਼ਿਆਦਾ ਪਿਆਸ ਹੈ। ਮਨ ਤਨ ਪਿਆਸ ਦਰਸ਼ਨ ਘਣੀ, ਘਣੀ ਮੈਨੇ ਬਹੁਤ ਜ਼ਿਆਦਾ ਵਾਹਿਗੁਰੂ ਦੇ ਪਿਆਰੇ ਦੇ ਦਰਸ਼ਨਾਂ ਦੀ ਬਹੁਤ ਜ਼ਿਆਦਾ ਪਿਆਸ ਲੱਗੀ ਹੋਈ ਹੈ। ਜਿਵੇਂ ਪਿਆਸੇ ਨੂੰ ਪਿਆਸ ਲੱਗੀ ਹੁੰਦੀ ਹੈ ਨਾ, ਪਾਣੀ ਨਾ ਮਿਲੇ ਤੇ ਉਹ ਉਸ ਵੇਲੇ ਉਹਨੂੰ ਹੋਰ ਕੋਈ ਚੰਗਾ ਨਹੀਂ ਲੱਗਦਾ। ਜਦੋਂ ਕਿਸੇ ਬੰਦੇ ਨੂੰ ਪਿਆਸ ਲੱਗੀ ਹੋਵੇ, 2-4 ਘੰਟੇ 6 ਘੰਟੇ ਲੰਘ ਜਾਣ ਜਾਂ ਇੱਕ ਦਿਨ ਹੋ ਜਾਵੇ, ਸਵੇਰ ਦਾ ਪਾਣੀ ਨਹੀਂ ਮਿਲਿਆ, ਤੇ ਉਹ ਬੰਦੇ ਨੂੰ ਹੋਰ ਕੋਈ ਗੱਲ ਕਹੀਏ ਉਹਨੂੰ ਚੰਗੀ ਨਹੀਂ ਲੱਗਦੀ। ਉਹ ਕਹਿੰਦਾ ਪਹਿਲਾਂ ਪਾਣੀ ਪਿਆਓ। ਜਦੋਂ ਪਾਣੀ ਦੀ ਘੁੱਟ ਅੰਦਰ ਜਾਂਦੀ ਹੈ ਤੇ ਉਹਦੇ ਸਾਹ ਵਿੱਚ ਸਾਹ ਆ ਜਾਂਦਾ, ਉਹਦੇ ਪ੍ਰਾਣ ਚੱਲ ਪੈਂਦੇ ਆ। ਕਹਿੰਦੇ ਇਸੇ ਤਰ੍ਹਾਂ ਮੈਨੂੰ ਵਾਹਿਗੁਰੂ ਪਰਮੇਸ਼ਰ ਦੀ ਪਿਆਸ ਲੱਗੀ ਹੋਈ ਹੈ। ਮਨ ਤਨ ਪਿਆਸ ਦਰਸ਼ਨ ਘਣੀ ਬਹੁਤ ਜ਼ਿਆਦਾ। ਕੋਈ ਕਿਰਪਾ ਕਰੇ ਵਾਹਿਗੁਰੂ ਪਰਮੇਸ਼ਰ ਕਿ ਆਣ ਮਿਲਾਵੇ ਮਾਏ। ਕਹਿੰਦੇ ਕੋਈ ਮੈਨੂੰ ਮਿਲਾ ਦੇਵੇ, ਹੇ ਮੇਰੀ ਮਾਂ, ਹੇ ਮੇਰੀ ਅੰਮੜੀਏ। ਇੱਥੇ ਮਾਂ ਗੁਰੂ ਨੂੰ ਆਖਿਆ ਹੈ, ਮਾਈ ਮੇਰੇ ਮਨ ਕੋ ਸੁਖ, ਮਾਈ ਚਰਨ ਗੁਰ ਮੀਠੇ। ਜਿਵੇਂ ਇੱਕ ਇਸਤਰੀ ਆਪਣੇ ਸਹੁਰੇ ਪਰਿਵਾਰ ਦੀ ਕੋਈ ਗੱਲ ਕਰਨੀ ਹੋਵੇ ਨਾ, ਆਪਣੀ ਮਾਂ ਨਾਲ ਹੀ ਕਰਦੀ ਹੈ। ਆਮ ਤੌਰ 'ਤੇ ਲੜਕੀਆਂ ਜਦੋਂ ਪੇਕੇ ਆਉਂਦੀਆਂ ਨੇ
ਕੋਈ ਸਮੱਸਿਆ ਹੋਵੇ ਤੇ ਆਪਣੀ ਮਾਂ ਨੂੰ ਦੱਸਦੀਆਂ ਨੇ, ਪਿਓ ਨੂੰ ਨਹੀਂ ਦੱਸਦੀਆਂ, ਮਾਂ ਨੂੰ ਦੱਸਦੀਆਂ ਨੇ। ਮਾਂ ਫਿਰ ਆਪਣੇ ਪਤੀ ਨੂੰ ਦੱਸ ਕੇ ਕੋਈ ਮਸਲਾ ਹੋਵੇ ਤੇ ਹੱਲ ਕਰ ਲੈਂਦੀ। ਇਹਦਾ ਗੁਰੂ ਹੀ ਸਾਡੀ ਮਾਂ ਹੈ ਤੇ ਗੁਰੂ ਅੱਗੇ ਹੀ ਬੇਨਤੀ ਕਰਨੀ ਹੈ ਵੀ ਸਤਿਗੁਰੂ ਜੀ ਕਿਰਪਾ ਕਰੋ ਸਾਨੂੰ ਪਰਮੇਸ਼ਰ ਪਤੀ ਨਾਲ ਮਿਲਾ ਦਿਓ। ਕੋਈ ਆਣ ਮਿਲਾਵੇ ਮਾਏ, ਕੋਈ ਆਣ ਮਿਲਾਵੇ ਮਾਏ, ਕੋਈ ਆਣ ਮਿਲਾਵੇ ਮਾਏ, ਕੋਈ ਆਣ ਮਿਲਾਵੇ ਮਾਏ। ਕੋਈ ਵਾਹਿਗੁਰੂ ਪਰਮੇਸ਼ਰ ਨੂੰ ਲਿਆ ਕੇ ਮੇਰੇ ਨਾਲ ਮਿਲਾਵੇ, ਮੈਨੂੰ ਉਹਦੇ ਨਾਲ ਮਿਲਾਵੇ। ਐਸਾ ਅਭੇਦ ਵਰਤਾਰਾ ਹੋ ਜਾਵੇ ਕਿ ਤੋਈ ਮੋਈ ਮੋਈ ਤੋਈ ਅੰਤਰ ਕੈਸਾ, ਮੇਰੇ ਵਿੱਚ ਤੇ ਪਰਮੇਸ਼ਰ ਵਿੱਚ ਕੋਈ ਫਰਕ ਹੀ ਨਾ ਰਵੇ। ਜਿਵੇਂ ਪਤੀ ਪਤਨੀ ਦਾ ਮੇਲ ਹੁੰਦਾ ਹੈ, ਇੱਕ ਮਿਕ ਹੋ ਜਾਈਏ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ। ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਏ। ਫਿਰ ਪਤਾ ਲੱਗਾ ਵੀ ਵਿਚੋਲੇ ਕੌਣ ਨੇ, ਕਿਉਂਕਿ ਬਿਨਾਂ ਵਿਚੋਲੇ ਦੇ ਰਿਸ਼ਤਾ ਨਹੀਂ ਹੁੰਦਾ। ਆਖੋ ਸ੍ਰੀ ਵਾਹਿਗੁਰੂ। ਵਿਚੋਲੇ ਤੋਂ ਬਿਨਾਂ ਰਿਸ਼ਤਾ ਨਹੀਂ ਹੁੰਦਾ। ਅੱਜ ਕੱਲ੍ਹ ਸਾਧ ਸੰਗਤ ਜੀ ਮੇਰੇ ਕਈ ਨੌਜਵਾਨ ਕਹਿਣਗੇ ਨਹੀਂ ਜੀ ਅੱਜ ਕੱਲ੍ਹ ਤੇ ਆਪੇ ਹੀ ਹੋ ਜਾਂਦਾ। ਬਹੁਤੇ ਲੋਕ ਅੱਜ ਕੱਲ੍ਹ ਫੇਸਬੁੱਕ ਤੇ ਵਟਸਐਪ ਤੇ ਹੀ ਰਿਸ਼ਤੇ ਕਰ ਲੈਂਦੇ ਆ, ਵਿਆਹ ਵੀ ਹੋ ਜਾਂਦੇ ਆ ਤੇ ਫਿਰ 6 ਮਹੀਨੇ ਬਾਅਦ ਤੂੰ ਤੇ ਮੈਂ ਫਿਰ ਮਿੰਟੋ ਮਿੰਟੀ ਟੁੱਟ ਵੀ ਜਾਂਦੇ ਆ। ਉਹ ਵੀ ਮਹਾਰਾਜ ਨੇ ਬਚਨ ਲਿਖਿਆ ਬਾਣੀ 'ਚ, ਕਹਿੰਦੇ ਆਪਣ ਲੀਆ ਜੇ ਮਿਲੈ ਵਿਛੜ ਕਿਉਂ ਰਵਾਨ। ਜੇ ਆਪਣੇ ਆਪ ਰਿਸ਼ਤਾ ਕਰਕੇ ਗੱਲ ਬਣ ਜਾਏ ਤੇ ਵਿਛੋੜਾ ਕਿਉਂ ਪਵੇ। ਕਹਿੰਦੇ ਵਿਚੋਲਾ ਜ਼ਰੂਰੀ ਹੈ। ਵਿਚੋਲੇ ਨੇ ਸੰਤ ਸਹਾਈ ਪ੍ਰੇਮ ਕੇ, ਸੰਤ ਸਹਾਈ ਪ੍ਰੇਮ ਕੇ, ਸੰਤ ਸਹਾਈ ਪ੍ਰੇਮ ਕੇ, ਸੰਤ ਸਹਾਈ ਪ੍ਰੇਮ। ਵਾਹਿਗੁਰੂ ਨਾਲ ਪ੍ਰੇਮ ਕਰਨਾ ਹੋਵੇ, ਵਾਹਿਗੁਰੂ ਨਾਲ ਪ੍ਰੀਤੀ ਪਾਣੀ ਹੋਵੇ ਤੇ ਵਿਚੋਲੇ ਸੰਤ ਹੁੰਦੇ ਨੇ। ਸੰਤ ਮਿਲਾ ਸਕਦੇ ਨੇ। ਸੰਤਾਂ ਕੋਲ ਜੁਗਤੀ ਹੈ ਕਿਉਂਕਿ ਉਹ ਮਿਲੇ ਹੁੰਦੇ ਨੇ। ਮਿਲਾ ਕੌਣ ਸਕਦਾ? ਜਿਹੜਾ ਆਪ ਮਿਲਿਆ ਹੋਵੇ। ਕਹਿੰਦੇ ਰੰਡਾ ਘੱਲਿਆ ਕੁੜਮਾਈ, ਆਪਣੀ ਕਰੇ ਕੇ ਪਰਾਈ। ਉਹ ਕਿਸੇ ਨੇ ਆਖਿਆ ਮੈਂ ਰਿਸ਼ਤਾ ਕਰਾ ਦੀ, ਕਹਿੰਦਾ ਮੇਰਾ ਤੇ ਆਪਣਾ ਨਹੀਂ ਹੋਇਆ। ਜੇ ਕੋਈ ਛੜਾ ਛਾਂਗ ਜਾ ਕੇ ਵਿਚੋਲਾ ਬਣ ਵੀ ਜਾਵੇ ਨਾ ਤੇ ਨਾ ਉਹ ਮੰਨੇ ਤੇ ਨਾ ਉਹ ਮੰਨੇ। ਸਾਧ ਸੰਗਤ ਜੀ ਜਿਹੜੇ ਮੇਰੇ ਵਰਗੇ ਆਪ ਹੀ ਨਹੀਂ ਮਿਲੇ ਪਰਮੇਸ਼ਰ ਨੂੰ, ਜਿਨ੍ਹਾਂ ਦਾ ਸਾਡਾ ਅਕਾਲ ਪੁਰਖ ਨਾਲ ਆਪ ਹੀ ਕੋਈ ਵਾਹ ਵਾਸਤਾ ਨਹੀਂ ਪਿਆ, ਉਹ ਦੂਜੇ ਨੂੰ ਕੀ ਜੋੜਨਗੇ? ਮਿਲਾ ਕੌਣ ਸਕਦਾ? ਜਿਹੜਾ ਪੂਰਾ ਹੋਵੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਗੋਬਿੰਦ ਸਿੰਘ, ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ ਪਰਮੇਸ਼ਰ ਨਾਲ ਮਿਲੇ ਹੋਏ ਨੇ ਤੇ ਸਾਨੂੰ ਮਿਲਾ ਸਕਦੇ। ਸੰਤ ਸਹਾਈ ਪ੍ਰੇਮ ਕੇ, ਸੰਤ ਸਹਾਈ ਪ੍ਰੇਮ ਕੇ, ਸੰਤ ਸਹਾਈ ਪ੍ਰੇਮ ਕੇ, ਸੰਤ ਸਹਾਈ ਪ੍ਰੇਮ ਕੇ। ਜਿਹੜੇ ਵਾਹਿਗੁਰੂ ਨੂੰ ਮਿਲਾਉਣ ਵਿੱਚ ਸਹਾਇਤਾ ਕਰ ਸਕਦੇ ਨੇ, ਮਦਦ ਕਰ ਸਕਦੇ ਨੇ, ਉਹ ਸੰਤ ਜਨ ਹਨ। ਹਉ ਤਿਨ ਕੈ ਲਾਗਾ ਪਾਏ। ਮੈਂ ਉਹਨਾਂ ਦੇ ਚਰਨਾਂ ਨੂੰ ਲੱਗ ਕੇ ਮੱਥਾ ਟੇਕ ਕੇ ਨਮਸਕਾਰ ਕਰਕੇ ਬੇਨਤੀ ਕਰਦੀ ਹਾਂ ਕਿ ਮੈਨੂੰ ਅਕਾਲ ਪੁਰਖ ਦੇ ਨਾਲ ਅਭੇਦ ਕਰ ਦਿਓ, ਮੇਰਾ ਵਾਹਿਗੁਰੂ ਨਾਲ ਮਿਲਾਪ ਕਰਾ ਦਿਓ। ਜਿਨ ਪ੍ਰਭ ਕਿਉ ਸੁਖ ਪਾਈਐ, ਦੂਜੀ ਨਾਹੀ ਜਾਏ। ਸਾਧ ਸੰਗਤ ਜੀ ਕਿਸੇ ਇਸਤਰੀ ਦੇ ਕੋਲ ਗਹਿਣੇ ਵੀ ਬਹੁਤ ਹੋਣ, ਕੱਪੜੇ ਵੀ ਬਹੁਤ ਸੋਹਣੇ ਹੋਣ ਔਰ ਉਹਦੇ ਕੋਲ ਖਾਣ ਪੀਣ ਦਾ ਸਮਾਨ ਵੀ ਬਹੁਤ ਹੋਵੇ ਔਰ ਰਹਿਣ ਵਾਸਤੇ ਮਕਾਨ ਵੀ ਇਸਤਰੀ ਕੋਲ ਬੜਾ ਸੁੰਦਰ ਹੋਵੇ, ਸਾਰਾ ਕੁਝ ਹੋਵੇ, ਪਰ ਜਿੰਨਾ ਚਿਰ ਉਹਦਾ ਪਤੀ ਨਹੀਂ ਘਰ ਆਉਂਦਾ ਉਹਨੂੰ ਨਾ ਗਹਿਣੇ ਚੰਗੇ ਲੱਗਦੇ ਆ, ਨਾ ਉਹਨੂੰ ਕੱਪੜੇ ਚੰਗੇ ਲੱਗਦੇ। ਮਹਾਰਾਜ ਕਹਿੰਦੇ ਕਾਪਰ ਤਨ ਨਾ ਸੁਖਾਵਈ, ਕਰ ਨਾ ਸਕੋ ਹੋ ਵੇਸਾ। ਨਾ ਕੱਪੜੇ ਚੰਗੇ ਲੱਗਦੇ ਆ, ਨਾ ਗਹਿਣੇ ਚੰਗੇ ਲੱਗਦੇ ਆ। ਜੇ ਉਹਦਾ ਪਤੀ ਘਰ ਹੋਵੇ ਫਿਰ ਸਭ ਕੁਝ ਹੀ ਸੁਹਾਵਣਾ ਹੋ ਜਾਂਦਾ ਹੈ। ਵਿਣ ਪ੍ਰਭ ਕਿਉਂ ਸੁਖ ਪਾਈ ਹੈ। ਬਿਨਾਂ ਪਰਮੇਸ਼ਰ ਪਤੀ ਦੇ ਇਹ ਆਤਮਾ ਕਦੀ ਸੁਖੀ ਨਹੀਂ ਹੋ ਸਕਦੀ। ਜਿੰਨਾ ਮਰਜ਼ੀ ਧਰਤੀ ਸੋਨਾ ਚਾਂਦੀ ਹੀਰੇ ਮੋਤੀ ਪਏ ਹੁਣ ਬੰਦੇ ਕੋਲ। ਅੱਜ ਸਾਡੇ ਕੋਲ ਸਾਧ ਸੰਗਤ ਜੀ ਪਿਛਲੇ ਲੋਕ ਸਾਡੇ ਬਜ਼ੁਰਗਾਂ ਨਾਲੋਂ ਪੈਸਾ ਜ਼ਿਆਦਾ ਹੈ।
ਆਪਾਂ ਜਿੰਨੇ ਵੀ ਅੱਜ ਸਮਾਜ, ਭਾਵੇਂ ਅਮਰੀਕਾ ਹੋਵੇ, ਭਾਵੇਂ ਇੰਡੀਆ ਹੋਵੇ, ਭਾਵੇਂ ਕਿਤੇ ਵੀ ਚਲੇ ਜਾਓ, ਇਹ ਮੇਰਾ ਖਿਆਲ ਹੈ ਜੋ ਮੈਂ ਅਨੁਭਵ ਕਰਦਾ, ਤੁਸੀਂ ਵੀ ਸਾਰੇ ਬਜ਼ੁਰਗ ਸਿਆਣੇ ਹੋ, ਵੀ ਇੱਕ ਜ਼ਮਾਨਾ ਸੀ ਸਾਡੇ ਘਰਾਂ ਦੇ ਵਿੱਚ ਇੱਕ ਸੂਟ ਸਵਾ ਕੇ ਰੱਖ ਛੱਡਦੇ ਸੀਗੇ, ਇੱਕ ਪਜਾਮਾ ਕੁੜਤਾ, ਇੱਕ ਦਸਤਾਰ ਨਵੀਂ ਲੈ ਕੇ ਰੱਖ ਛੱਡਣੀ। ਚਾਰਾਂ ਭਰਾਵਾਂ 'ਚੋਂ ਕਿਸੇ ਨੇ ਵੀ ਵਿਆਹ 'ਤੇ ਜਾਣਾ, ਉਹ ਹੀ ਪਾ ਜਾਣਾ। ਇੱਕ ਕੱਪੜੇ, ਇੱਕ ਸੂਟ ਨਾਲ ਚਾਰ ਭਰਾ ਸਾਲ 2 ਸਾਲ ਟਾਈਮ ਵਧੀਆ ਕੱਢ ਲੈਂਦੇ ਸੀ। ਤੇ ਹੁਣ ਇੱਕ ਇੱਕ ਬੰਦੇ ਕੋਲ 10-10 15-15 ਸੂਟ ਨੇ, ਕੱਪੜੇ ਨੇ। ਬੀਬੀਆਂ ਕੋਲ ਵੀ ਹਰ ਚੀਜ਼ ਹੈ, ਤੇ ਪੈਸੇ ਟਕੇ ਦੀ ਵੀ ਬਹੁਤ ਜ਼ਿਆਦਾ ਫਰਕ ਪੈ ਗਿਆ, ਕਾਫੀ ਕੁਝ ਹੋ ਗਿਆ। ਪਰ ਅੱਜ ਸਾਡੇ ਘਰਾਂ ਵਿੱਚ ਉਹ ਬਜ਼ੁਰਗਾਂ ਵਾਲੀ ਸ਼ਾਂਤੀ ਕੋਈ ਨਹੀਂ, ਟਿਕਾ ਕੋਈ ਨਹੀਂ, ਸੁੱਖ ਕੋਈ ਨਹੀਂ, ਬਲਕਿ ਬੇਚੈਨੀ ਹੋ ਗਈ ਹੈ, ਪਰੇਸ਼ਾਨੀ ਹੋ ਗਈ ਹੈ, ਕਲਾ ਕਲੇਸ਼ ਘਰ ਘਰ 'ਚ ਵੜ ਗਿਆ ਹੈ। ਮਹਾਰਾਜ ਕਹਿੰਦੇ ਧਨ ਪਦਾਰਥ ਜਿੰਨੇ ਮਰਜ਼ੀ ਹੋਣ, ਸੁੱਖ ਨਹੀਂ ਮਿਲਣਾ। ਸੁੱਖ ਮਿਲਣਾ ਵਾਹਿਗੁਰੂ ਦੇ ਨਾਮ ਨਾਲ। ਵਿਣ ਪ੍ਰਭ ਕਿਉਂ ਸੁਖ ਪਾਈਐ, ਵਿਣ ਪ੍ਰਭ ਕਿਉਂ ਸੁਖ ਪਾਈਐ, ਵਿਣ ਪ੍ਰਭ ਕਿਉਂ ਸੁਖ ਪਾਈਐ, ਵਿਣ ਪ੍ਰਭ ਕਿਉਂ ਸੁਖ ਪਾਈਐ। ਮਹਾਰਾਜ ਅਕਾਲ ਪੁਰਖ ਪਰਮੇਸ਼ਰ ਸੱਚੇ ਪਾਤਸ਼ਾਹ ਜੀ ਦੇ ਨਾਮ ਤੋਂ ਬਿਨਾਂ ਕਿਵੇਂ ਸੁਖੀ ਹੋ ਸਕਦਾ? ਕੋਈ ਨਹੀਂ ਹੋ ਸਕਦਾ। ਹਾਂਜੀ, ਦੂਜੀ ਨਾ ਹੀ ਜਾਏ, ਹੋਰ ਕੋਈ ਥਾਂ ਹੀ ਨਹੀਂ। ਜਾਏ ਮੈਨੇ ਜਗ੍ਹਾ, ਹੋਰ ਕਿਹੜੀ ਜਗ੍ਹਾ ਤੇ ਜਾ ਕੇ ਬੰਦਾ ਸੁਖੀ ਹੋ ਸਕਦਾ? ਨਾ ਕਦੀ ਕਿਤੇ ਹੋਰ ਸੁੱਖ ਮਿਲਿਆ, ਨਾ ਮਿਲਣਾ। ਸੁੱਖ ਦਾ ਮਹਾਰਾਜ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਵਿੱਚ ਹੀ ਹੈ। ਚਾਖਿਆ ਪ੍ਰੇਮ ਰਸ, ਜਿਨ੍ਹਾਂ ਨੇ ਵਾਹਿਗੁਰੂ ਦਾ, ਪਰਮੇਸ਼ਰ ਦਾ ਪ੍ਰੇਮ ਰਸ ਪੀ ਲਿਆ ਹੈ, ਚੱਖ ਲਿਆ ਹੈ। ਸਾਧ ਸੰਗਤ ਜੀ, ਅਸੀਂ ਸੰਸਾਰੀ ਰਸ ਚੱਖੇ ਹਨ, ਸਵਾਦ ਬੜੇ ਮਿੱਠੇ, ਖੱਟੇ, ਕੌੜੇ, ਕਸੈਲੇ, 36 ਪ੍ਰਕਾਰ ਦੇ ਭੋਜਨ ਇਹ ਰਸਨਾ ਨਾਲ ਛਕਦੇ ਹਾਂ। ਪਰ ਥੋੜ੍ਹੇ ਸਮੇਂ ਬਾਅਦ ਉਹ ਸਾਰੇ ਰਸ ਫਿੱਕੇ ਹੋ ਜਾਂਦੇ ਹਨ। ਫਰੀਦ ਜੀ ਮਹਾਰਾਜ ਨੇ ਆਪਣੀ ਬਾਣੀ ਵਿੱਚ ਬਚਨ ਕਿਹਾ, ਸ਼ੱਕਰ, ਖੰਡ, ਨਿਵਾਤ, ਗੁੜ, ਮਾਖਿਓਂ, ਮਾਝਾ ਦੁੱਧ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮਿੱਠੀਆਂ ਨੇ, ਸ਼ੱਕਰ ਮਿੱਠੀ ਹੈ, ਖੰਡ ਮਿੱਠੀ ਹੈ, ਨਿਵਾਤ ਮਿਸ਼ਰੀ ਨੂੰ ਕਹਿੰਦੇ ਆ। ਨਿਵਾਤ ਮਿਸ਼ਰੀ ਦਾ ਨਾਂ ਹੈ। ਮਿਸ਼ਰੀ ਤਾਂ ਤੁਹਾਨੂੰ ਪਤਾ ਹੈ ਮਿੱਠੀ, ਬਹੁਤ ਹੀ ਮਿੱਠੀ ਸਵਾਦੀ ਹੈ। ਸ਼ੱਕਰ ਵੀ ਮਿੱਠੀ ਹੈ, ਖੰਡ ਵੀ ਮਿੱਠੀ ਹੈ, ਮਿਸ਼ਰੀ ਵੀ ਮਿੱਠੀ ਹੈ, ਗੁੜ ਵੀ ਮਿੱਠਾ ਹੈ। ਮਾਖਿਓਂ ਸ਼ਹਿਦ, ਉਹ ਵੀ ਬੜੀ ਮਿੱਠੀ ਹੈ। ਕਹਿੰਦੇ ਮੱਝ ਦਾ ਦੁੱਧ ਵੀ ਮਿੱਠਾ ਹੈ। ਸਭੇ ਵਸਤੂ ਮਿੱਠੀਆਂ, ਇਹ ਸਾਰੀਆਂ ਚੀਜ਼ਾਂ ਮਿੱਠੀਆਂ ਨੇ। ਰੱਬ ਨਾ ਪੁੱਜਣ ਤੁਧ, ਜਿੰਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡਾ ਨਾਮ ਮਿੱਠਾ ਹੈ, ਐਨੀ ਕੋਈ ਚੀਜ਼ ਮਿੱਠੀ ਨਹੀਂ। ਕਿਉਂ? ਜਿੰਨੀਆਂ ਮਿੱਠੀਆਂ ਚੀਜ਼ਾਂ ਖਾਈਦੀਆਂ ਨੇ, ਉਹਦਾ ਸਵਾਦ ਕੌੜਾ ਆ ਜਾਂਦਾ ਹੈ। ਮਿੱਠਾ ਕਰਕੇ ਖਾਇਆ, ਕੌੜਾ ਉਪਜਿਆ ਸਾਧ। ਆਪਾਂ ਰਾਤ ਨੂੰ ਮਿੱਠਾ ਖਾ ਕੇ ਸੌਂ ਜਾਓ, ਕੋਈ ਵੀ ਮਿੱਠਾ ਖਾ ਕੇ ਪ੍ਰੈਕਟੀਕਲ ਕਰ ਲਓ। ਗੁੜ ਖਾ ਲਓ, ਸ਼ੱਕਰ ਖਾ ਲਓ, ਮਿਸ਼ਰੀ ਖਾ ਲਓ, ਕੋਈ ਖਾ ਲਓ, ਰਾਤ ਨੂੰ ਮਿੱਠਾ ਖਾ ਕੇ ਸੌਂ ਜਾਓ, ਸਵੇਰੇ ਤੁਹਾਨੂੰ 2 ਵਾਰੀ ਦਾਤਣ ਕਰਨੀ ਪੈਣੀ, ਮੂੰਹ ਜ਼ਿਆਦਾ ਕੌੜਾ ਹੋਏਗਾ। ਮਿੱਠਾ ਕਰਕੇ ਖਾਇਆ, ਕੌੜਾ ਉਪਜਿਆ ਸਾਧ। ਜਿੰਨੇ ਵੀ ਸਵਾਦ ਮਿੱਠੇ ਨੇ ਬਾਅਦ 'ਚ ਫਿੱਕੇ ਹੋ ਜਾਂਦੇ ਆ, ਕੌੜੇ ਹੋ ਜਾਂਦੇ ਆ। ਪਰ ਮਹਾਰਾਜ ਸੱਚੇ ਪਾਤਸ਼ਾਹ ਦਾ ਨਾਮ ਜਿੰਨਾ ਜਪੀ ਜਾਓਗੇ, ਜਿੰਨਾ ਜਪੀ ਜਾਓਗੇ, ਹੋਰ ਮਿੱਠਾ, ਹੋਰ ਮਿੱਠਾ, ਹੋਰ ਮਿੱਠਾ ਹੀ ਹੋਈ ਜਾਏਗਾ। ਮਨ ਹਰ ਰਸ ਸਭ ਤੇ ਮਿੱਠਾ ਜੀਓ, ਅਵਰ ਸਾਧ ਚੱਖ ਸਗਾਣਾ ਸੁਣੀਏ। ਨੱਕ ਦੇ ਨਾਲ ਇੱਕ ਸੁਗੰਧ ਲਈ ਆ, ਕੱਲ੍ਹ ਨੂੰ ਹੋਰ ਪਰਫਿਊਮ ਲੈ ਕੇ ਆਈਏ, ਹੋਰ ਸੈਂਟ ਲੈ ਕੇ ਆਈਏ। ਬੰਦੇ ਨੂੰ 5 ਹੀ ਗਿਆਨ ਇੰਦਰੀਆਂ ਦੇ ਰਸ ਜਿਹੜੇ ਨੇ, ਉਹ ਹੋਰ ਹੋਰ ਚਾਹੀਦੇ ਨੇ। ਪਰ ਜਿਹੜਾ ਮਹਾਰਾਜ ਸਾਹਿਬ ਜੀ ਦਾ ਨਾਮ ਰਸ ਹੈ, ਇੱਕੋ ਵਾਰੀ ਪ੍ਰਾਪਤ ਹੋ ਜਾਵੇ, ਅੱਖਾਂ ਵੀ ਤ੍ਰਿਪਤ ਹੋ ਜਾਂਦੀਆਂ ਨੇ, ਕੰਨ ਵੀ ਤ੍ਰਿਪਤ ਹੋ ਜਾਂਦੇ ਨੇ, ਨਾਸਿਕਾ ਵੀ ਤ੍ਰਿਪਤ ਹੋ ਜਾਂਦੀ ਹੈ, ਰਸਨਾ ਵੀ ਤ੍ਰਿਪਤ ਹੋ ਜਾਂਦੀ ਹੈ, ਮਨ ਵੀ ਤ੍ਰਿਪਤ ਹੋ ਜਾਂਦਾ। ਜਿੰਨੀ ਮੈਂ ਹੈ ਹੀ ਨਹੀਂ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ।
ਆਪ ਤਿਆਗ ਬੇਨਤੀ ਕਰੈ। ਆਪਣਾ ਭਾਵ ਮੈਂ ਹੋਵੇਂ ਨੂੰ ਅੰਗਤਾ ਨੂੰ ਤਿਆਗ ਕੇ ਜਿਹੜੇ ਅਰਦਾਸ ਕਰਦੇ ਹੱਥ ਜੋੜ ਕੇ ਗਲ ਪੱਲਾ ਪਾ ਕੇ ਨਿਮਾਣੀ ਜੀਵ ਇਸਤਰੀ ਪਤੀ ਅੱਗੇ ਬੇਨਤੀ ਕਰਦੀ ਹੈ, ਕਿਉਂਕਿ ਸਾਰੀ ਬਾਣੀ ਇੱਕ ਇਸਤਰੀ ਦੇ ਵੱਲੋਂ ਉਚਾਰਨ ਕੀਤੀ ਜਾ ਰਹੀ ਹੈ ਆਪਣੇ ਪਤੀ ਦੇ ਚਰਨਾਂ ਵਿੱਚ। ਜਿਵੇਂ ਸੰਸਾਰ ਵਿੱਚ ਵੀ ਸਾਧ ਸੰਗਤ ਜੀ ਦੇ ਦਿੱਤੇ, ਕਿਹੜੇ ਭੱਬੇ ਸਨ? ਭੱਬਾ ਭਲਾ ਜੀ, ਪਤੀ ਨੇ ਕੋਈ ਕੰਮ ਕਿਹਾ ਹੈ 7 ਵਜਨ ਜੀ, ਭਲਾ ਜੀ, ਠੀਕ ਹੈ ਜੀ। ਤੇ ਦੂਜੀ ਗੱਲ ਹੈ ਭੱਬਾ ਭੁੱਲੀ ਜੀ, ਜੇ ਕੋਈ ਗਲਤੀ ਹੋ ਗਈ, ਪਤੀ ਨੂੰ ਮਾੜਾ ਮੋਟਾ ਗੁੱਸਾ ਵੀ ਆ ਜਾਂਦਾ ਘਰ ਦੇ ਵਿੱਚ, ਤੇ ਉਹ ਬੀਬੀ ਕਹਿ ਦੇਵੇ ਵੀ ਠੀਕ ਹੈ ਜੀ ਮੇਰੇ ਤੋਂ ਭੁੱਲ ਹੋ ਗਈ, ਗਲਤੀ ਹੋ ਗਈ, ਹੁਣੇ ਮੈਂ ਠੀਕ ਕਰ ਦਿੰਦੀ ਹਾਂ, ਉੱਥੇ ਹੀ ਮਸਲਾ ਹੱਲ ਹੋ ਜਾਂਦਾ। ਇੱਕ ਕਿਸੇ ਕਵੀ ਨੇ ਲਿਖਿਆ ਪੁਰਾਣੇ ਜ਼ਮਾਨੇ ਦਾ ਤੇ ਨਵੇਂ ਜ਼ਮਾਨੇ ਦਾ ਫਰਕ ਕੀ ਹੈ। ਪੁਰਾਣੇ ਜ਼ਮਾਨੇ 'ਚ ਜਿਹੜੇ ਪਰਿਵਾਰ ਸੀ ਸੁਖੀ ਵਸਦੇ ਸੀਗੇ, ਪਤੀ ਪਤਨੀ ਬੜਾ ਪਿਆਰ ਹੁੰਦਾ ਸੀ। ਉਹ ਕਹਿੰਦਾ ਵੀ ਉਹ ਬੋਲਦੀ ਸੀ ਮੈਂ ਸੁਣਦਾ ਸਾਂ। ਅੱਜ ਤੋਂ 50 ਸਾਲ ਪਹਿਲਾਂ ਪਤੀ ਤੇ ਪਤੀ ਪਤਨੀ ਦੋਵੇਂ ਕਹਿੰਦੇ ਮੈਂ ਬੋਲਦਾ ਸਾਂ, ਉਹ ਸੁਣਦੀ ਸੀ। ਮੈਨੂੰ ਗੁੱਸਾ ਆ ਜਾਂਦਾ ਸੀ, ਪਤੀ ਨੂੰ ਗੁੱਸਾ ਆ ਜਾਂਦਾ ਸੀ ਤੇ ਘਰ ਵਾਲੀ ਸੁਣ ਲੈਂਦੀ ਸੀ। ਉਹ ਵਿੱਚ ਕਦੇ ਨਾ ਬੋਲੀ ਸੀ, ਉਹ ਵਿੱਚ ਨਹੀਂ ਸੀ ਬੋਲਦੀ। ਮੈਂ ਬੋਲਦਾ ਸਾਂ, ਉਹ ਸੁਣਦੀ ਸੀ, ਉਹ ਵਿੱਚ ਕਦੇ ਨਾ ਬੋਲੀ ਸੀ। ਕਹਿੰਦੇ ਫਿਰ ਕਦੀ ਉਹਨੂੰ ਵੀ ਤਾ ਚੜ੍ਹ ਜਾਂਦਾ ਸੀ, ਉਹ ਬੋਲਦੀ ਸੀ, ਮੈਂ ਸੁਣਦਾ ਸਾਂ ਤੇ ਮੇਰੀ ਜੀਭਾ ਗੂੰਗੀ ਬੋਲੀ ਸੀ। ਇਹੀ ਗੱਲ ਸਮਝਾਈ ਗਈ ਹੈ ਨਾ ਮਹਾਰਾਜ ਨੇ, ਬਜ਼ੁਰਗਾਂ ਨੇ, ਗੁਰੂਆਂ ਨੇ ਸਾਨੂੰ, ਵੀ ਇੱਕ ਨੂੰ ਗੁੱਸਾ ਆ ਗਿਆ, ਦੂਜਾ ਚੁੱਪ ਕਰ ਜੇ, ਘਰ 'ਚ ਸ਼ਾਂਤੀ ਬਣ ਗਈ। ਕਹਿੰਦੇ ਮੈਂ ਬੋਲਦਾ ਸਾਂ, ਉਹ ਸੁਣਦੀ ਸੀ, ਉਹ ਵਿੱਚ ਕਦੇ ਨਾ ਬੋਲੀ ਸੀ। ਮੈਂ ਬੋਲਦਾ ਸਾਂ, ਉਹ ਸੁਣਦੀ ਸੀ, ਮੇਰੀ ਜੀਭਾ ਗੂੰਗੀ ਬੋਲੀ ਸੀ। ਕਹਿੰਦੇ ਅੱਜ ਕੱਲ੍ਹ ਇਕੱਠੇ ਹੀ ਬੋਲਨੇ ਆ। ਅੱਜ ਕੱਲ੍ਹ ਫੁੱਲ ਮਹੱਲਾ ਏ, ਕੋਈ ਉਹਨੂੰ ਕਹਿੰਦਾ ਝੱਲੀਏ, ਕੋਈ ਮੈਨੂੰ ਕਹਿੰਦਾ ਝੱਲਾ ਏ। ਜਦੋਂ ਇਹ ਗੱਲ ਗੁਰੂਆਂ ਨੇ ਸਾਨੂੰ ਸਮਝਾਈ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਬੀਬੀ ਭਾਨੀ ਨੂੰ ਆਖਿਆ, ਪੁੱਤਰ ਭੱਬਾ ਭਲਾ ਜੀ, ਭੱਬਾ ਭੁੱਲੀ ਜੀ। ਤੇ ਤੀਜੀ ਗੱਲ ਇਹ ਕਹਿਤੀ ਵੀ ਜੇ ਔਖਾ ਸਮਾਂ ਬਣ ਜੇ ਤੇ ਆਖੇ ਭੱਬਾ ਭਾਣਾ ਜੀ, ਸਾਰਾ ਹੀ ਜ਼ਿੰਦਗੀ ਸਾਰੀ ਸੁਖੀ ਹੈ। ਤੋ ਮਹਾਰਾਜ ਕਹਿੰਦੇ ਆਪ ਤਿਆਗ ਪ੍ਰਭੂ ਲੜਦਾਏ। ਇਹ ਪ੍ਰਭੂ ਜੀ ਕਿਰਪਾ ਕਰੋ, ਸਾਨੂੰ ਆਪਣੇ ਚਰਨਾਂ ਨਾਲ ਜੋੜ ਦਿਓ, ਆਪਣੇ ਲੜ ਲਾ ਲਓ। ਜੋ ਹਰ ਕੰਤ ਮਿਲਾਈਆ, ਜਿਨ੍ਹਾਂ ਨੂੰ ਆਪਣੇ ਪਰਮੇਸ਼ਰ ਪਤੀ ਨੇ, ਕੰਤ ਜੀ ਨੇ ਆਪਣੇ ਨਾਲ ਮਿਲਾ ਲਿਆ ਹੈ। ਮਿਲਾਈਆਂ, ਜਿਨ੍ਹਾਂ ਨੂੰ ਮਿਲਾ ਲਿਆ ਹੈ, ਜੀਵ ਰੂਪੀ ਇਸਤਰੀਆਂ ਨੂੰ ਆਪਣੀਆਂ ਬਣਾ ਲਿਆ। ਬਾਹ ਪਕੜ ਪ੍ਰਿਆ ਸੇਜੈ ਆਨੀ, ਕੰਤ ਪਕੜ ਹਮ ਕੀਨੀ ਰਾਨੀ। ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪਣੇ ਲੜ ਲਾਇਆ ਹੈ, ਆਪਣੀਆਂ ਬਣਾ ਲਿਆ ਹੈ, ਉਹ ਫਿਰ ਵਿਛੜਦੀਆਂ ਨਹੀਂ, ਉਹ ਸਦੀਵ ਕਾਲ ਲਈ ਵਾਹਿਗੁਰੂ ਦੀਆਂ ਸੁਹਾਗਣਾਂ ਬਣ ਜਾਂਦੀਆਂ ਹਨ। ਜਿਨ੍ਹਾਂ ਦੇ ਪਤੀ ਪਰਮੇਸ਼ਰ ਵਾਹਿਗੁਰੂ ਨਿਰੰਕਾਰ ਅਕਾਲ ਪੁਰਖ ਜੀ ਕਿਰਪਾ ਕਰਕੇ ਆਪਣਾ ਬਣਾ ਲੈਂਦੇ। ਧੰਨ ਬਾਬਾ ਵਿਧੀ ਚੰਦ ਸਾਹਿਬ ਗੁਰਵਾਕ ਸਾਡੇ ਹਿਰਦੇ 'ਚ ਵਸ ਜਾਣ, ਸਾਡਾ ਜੀਵਨ ਸਫਲਾ ਹੋ ਜਾਵੇ। ਮਹਾਰਾਜ ਸੱਚੇ ਪਾਤਸ਼ਾਹ ਸੁਦਾ ਮਹੀਨਾ ਸੁੱਖਾਂ ਦਾ ਬਤੀਤ ਕਰਾਉਣ, ਆ ਸੰਸਾਰ ਦੇ ਵਿੱਚ ਸੁੱਖ ਸ਼ਾਂਤੀ ਬਣ ਜਾਵੇ। ਆਪੀ ਕਰ ਲਓ। ਸੋ ਸਾਧ ਸੰਗਤ ਜੀ, ਹੁਣ ਮਹਾਂਪੁਰਸ਼ ਫਰਮਾਨ ਕਰਨ, 12 ਮਾਹ ਦੇ ਪਾਠ ਹੋਣਗੇ ਤੇ ਉਪਰੰਤ ਫਿਰ ਸਮਾਪਤੀ ਦੀ ਅਰਦਾਸ ਬੇਨਤੀ ਹੋਵੇਗੀ। ਇਤਨੇ ਭਜਨ ਪ੍ਰਵਾਨ ਕਰਨੇ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।